In the last lecture we have studied atomic spectra। ਉਹਦੇ ਵਿੱਚ ਆਪਾਂ ਦੋ ਤਰ੍ਹਾਂ ਦੇ ਸਪੈਕਟਰਾ ਪੜ੍ਹੇ ਸੀ, emission spectra and absorption spectra। Now we are going to discuss that is emission spectra of hydrogen। ਹੁਣ ਦੇਖੋ emission spectra ਜਦੋਂ ਉਹਦੀ ਡਿਸਕਵਰੀ ਹੋਈ ਤਾਂ ਇੱਕ ਸਾਇੰਟਿਸਟ which is known as J.J. Balmer in 1885 ਉਹਨੇ ਇੱਕ ਰਿਲੇਸ਼ਨ ਦਿੱਤਾ that is 1 upon lambda which is equal to nu bar। as we studied 1 upon lambda ਕਾਹਦੇ ਬਰਾਬਰ ਹੁੰਦਾ ਆਪਣੇ ਕੋਲ nu bar। ਉਹਨੇ ਇੱਕ ਰਿਲੇਸ਼ਨ ਦਿੱਤਾ nu bar which is equal to 109677 into 1 upon 2 square minus 1 upon n 2 square। द स्पैक्ट्रा ਜਿਹੜਾ ਇਹ ਵਾਲਾ ਆਪਣੇ ਕੋਲ ਰੀਜਨ ਸੀਗਾ द स्पैक्ट्रा फॉर्मड इन विजिबल रीजन। ਤਾਂ ਉਹਨੇ ਇੱਕ ਰਿਲੇਸ਼ਨ ਦਿੱਤਾ ਸੀ ਐਮਿਸ਼ਨ ਸਪੈਕਟਰਾ ਦੇ ਉੱਪਰ, ਠੀਕ ਹੈ। ਤਾਂ ਕਿਹਾ ਸੀ ਵੀ ਜਿਹੜਾ ਐਮਿਸ਼ਨ ਸਪੈਕਟਰਾ ਹੈ ਇਹ ਕਾਹਦੇ ਵਿੱਚ ਫੋਰਮ ਹੁੰਦਾ ਆਪਣੇ ਕੋਲ ਵਿਜ਼ੀਬਲ ਰੀਜਨ ਦੇ ਵਿੱਚ। ਆਪਣੇ ਨਾਮ ਤੋਂ ਉਸਨੇ ਇਹ ਵਾਲੇ ਸਪੈਕਟਰਾ ਨੂੰ ਕੀ ਨਾਮ ਦਿੱਤਾ ਬਾਲਮਰ ਸੀਰੀਜ਼, ਠੀਕ ਹੈ। ਉਸ ਤੋਂ ਬਾਅਦ ਵੇਰੀਅਸ ਡਿਸਕਵਰੀਜ਼ ਆਰ ਫੋਰਮਡ ਔਨ ਐਮਿਸ਼ਨ ਸਪੈਕਟਰਾ। ਤਾਂ ਇੱਕ ਹਾਈਡਰੋਜਨ ਸੀ ਜਿਹੜਾ ਉਹਨੂੰ ਸਪੈਸੀਫਿਕ ਐਲੀਮੈਂਟ ਲੈ ਕੇ ਉਹਦੇ ਉੱਪਰ ਡਿਸਕਵਰੀ ਕੀਤੀ ਗਈ। ਤਾਂ ਵੇਰੀਅਸ ਪੋਸੀਬਿਲਿਟੀਜ਼ ਆਫ ਹਾਈਡਰੋਜਨ ਸਪੈਕਟਰਮ ਆਰ ਫੋਰਮਡ। ਮੀਨਜ਼ ਆਪਣੇ ਕੋਲ ਜਿਹੜਾ ਹਾਈਡਰੋਜਨ ਸੀ ਜਦੋਂ ਉਹਨੂੰ ਆਪਾਂ ਹੀਟ ਕਰਦੇ ਹਾਂ ਤਾਂ ਉਹਦੇ ਵਿੱਚ ਇੱਕ ਸਿੰਗਲ ਜਿਹੜਾ ਇਲੈਕਟ੍ਰੋਨ ਹੁੰਦਾ ਉਹਦੇ ਕੋਲ ਵੇਰੀਅਸ ਪੋਸੀਬਿਲਿਟੀਜ਼ ਆ ਜਾਂਦੀਆਂ ਨੇ ਟੂ ਫੋਰਮ ਵੇਰੀਅਸ ਸੀਰੀਜ਼। ਕਿਹੜੀਆਂ ਕਿਹੜੀਆਂ ਸੀਰੀਜ਼ ਨੇ ਉਹ ਦੈਟ ਆਰ ਲਾਈਮਨ ਸੀਰੀਜ਼, ਬਾਲਮਰ ਸੀਰੀਜ਼, ਪਾਸਚਨ ਸੀਰੀਜ਼, ਬ੍ਰੈਕਟ ਸੀਰੀਜ਼ ਐਂਡ ਪੀਫੰਡ ਸੀਰੀਜ਼, ਠੀਕ ਹੈ। ਅਲੱਗ-ਅਲੱਗ ਸਾਇੰਟਿਸਟ ਨੇ ਜਦੋਂ ਅਲੱਗ-ਅਲੱਗ ਆਬਜ਼ਰਵੇਸ਼ਨ ਕਰੀ ਤਾਂ ਉਹਨਾਂ ਨੇ ਅਲੱਗ-ਅਲੱਗ ਸੀਰੀਜ਼ ਬਣਾਈਆਂ ਲਾਈਮਨ, ਬਾਲਮਰ, ਪਾਸਚਨ, ਬ੍ਰੈਕਟ ਐਂਡ ਪੀਫੰਡ ਸੀਰੀਜ਼। ਉਹਦੇ ਵਿੱਚ ਕੀ ਸੀਗਾ ਆਪਣੇ ਕੋਲ ਜਿਹੜੀ N1 ਦੀ ਵੈਲਿਊ ਸੀ ਉਹ 1 ਸੀ, N2 ਦੀ ਵੈਲਿਊ 2 3 4। ਹੁਣ ਜਿਹੜਾ ਆਪਣੇ ਕੋਲ N ਹੁੰਦਾ N1 ਦੈਟ ਇਜ਼ ਲੋਅਰ ਔਰਬਿਟ, ਜਿਹੜਾ N2 ਹੁੰਦਾ ਦੈਟ ਇਜ਼ ਹਾਇਰ ਔਰਬਿਟ। ਜਦੋਂ N1 ਦੀ ਵੈਲਿਊ ਆਪਣੇ ਕੋਲ 1 ਹੈ, N2 ਦੀ ਵੈਲਿਊ 2 3 4 ਹੋ ਸਕਦੀ ਹੈ, ਤਾਂ ਉਹ ਜਿਹੜੀ ਲਾਈਮਨ ਸੀਰੀਜ਼ ਆਪਣੇ ਕੋਲ ਕਿਹਦੇ ਵਿੱਚ ਫੋਲ ਕਰੇਗੀ ਸਪੈਕਟਰਾ ਦੇ UV ਰੀਜਨ ਦੇ ਵਿੱਚ। ਇਸੇ ਤਰ੍ਹਾਂ ਸਿਮਿਲਰਲੀ ਆਪਣੇ ਕੋਲ ਇਫ N1 ਦੀ ਵੈਲਿਊ 2 ਹੈ, N2 ਦੀ ਵੈਲਿਊ 3 4 5, ਤਾਂ ਉਹ ਵਾਲੀ ਜਿਹੜੀ ਸੀਰੀਜ਼ ਹੈ ਇਹ ਕਿਹਨੇ ਫੋਰਮ ਕਰੀ ਸੀ ਬਾਲਮਰ ਨੇ। ਬਾਲਮਰ ਸਾਇੰਟਿਸਟ ਉਹ ਕਿਹੜੇ ਰੀਜਨ ਦੇ ਵਿੱਚ ਫੋਲ ਕਰਦੀ ਹੈ ਆਪਣੇ ਕੋਲ ਵਿਜ਼ੀਬਲ ਰੀਜਨ ਦੇ ਵਿੱਚ। ਸਿਮਿਲਰਲੀ ਪਾਸਚਨ ਸੀਰੀਜ਼ ਉਹਦੇ ਵਿੱਚ N1 ਦੀ ਵੈਲਿਊ ਕੀ ਹੋਏਗੀ 3, N2 ਦੀ ਵੈਲਿਊ 4 5 6 ਮੀਨਜ਼ ਹਾਇਰ ਔਰਬਿਟ ਦੈਨ N1। ਇਹ ਵਾਲੀ ਸੀਰੀਜ਼ ਕਾਹਦੇ ਵਿੱਚ ਫੋਲ ਕਰਦੀ ਹੈ ਆਪਣੇ ਕੋਲ ਇਨਫਰਾਰੈਡ ਰੀਜਨ ਦੇ ਵਿੱਚ। ਨੈਕਸਟ ਬ੍ਰੈਕਟ ਸੀਰੀਜ਼ N1 ਦੀ ਵੈਲਿਊ 4, N2 ਦੀ ਵੈਲਿਊ 5 6 7 ਆਲਸੋ ਫੋਲ ਇਨ ਇਨਫਰਾਰੈਡ ਰੀਜਨ। ਐਂਡ ਲਾਸਟ ਸੀਰੀਜ਼ ਦੈਟ ਵਾਜ਼ ਪੀਫੰਡ ਸੀਰੀਜ਼। ਇਹਦੇ ਵਿੱਚ N1 ਦੀ ਵੈਲਿਊ ਕਿੰਨੀ ਹੋਏਗੀ 5, N2 ਦੀ ਵੈਲਿਊ 6 7 ਔਰ 8 ਆਲਸੋ ਫੋਲ ਇਨ ਇਨਫਰਾਰੈਡ ਰੀਜਨ। ਉਸ ਤੋਂ ਬਾਅਦ ਕੀ ਹੋਇਆ ਹੁਣ ਇਹਦੇ ਵਿੱਚ ਸਾਰਾ ਕੁਝ ਸੇਮ ਆ ਰਿਹਾ ਸੀ ਦੇਖੋ। ਐਂਡ ਦਿਸ ਸੀਰੀਜ਼ ਆਰ ਰਿਸੀਵਡ ਬਾਏ ਰੈਡਬਰਜ਼ ਗਿਵ ਇਕੁਏਸ਼ਨ। ਹੁਣ ਰੈਡਬਰਜ਼ ਉਸ ਤੋਂ ਬਾਅਦ ਸਾਇੰਟਿਸਟ ਸੀ ਉਹਨੇ ਕੀ ਦੇਖਿਆ ਵੀ ਜਿਹੜੀਆਂ ਸਾਰੀ ਸੀਰੀਜ਼ ਦੇ ਵਿੱਚ ਕਾਮਨ ਨੇ ਉਹਨੇ ਇੱਕ ਇਕੁਏਸ਼ਨ ਦਿੱਤੀ, ਇਹਨੂੰ ਮੋਡੀਫਾਈ ਕਰਕੇ ਕੀ ਲਿਖਿਆ 1 upon lambda which is equal to nu bar। ਸਾਰਿਆਂ ਦੇ ਵਿੱਚ ਕੌਨਸਟੈਂਟ ਵੈਲਿਊ ਕਿੰਨੀ ਆ ਰਹੀ ਸੀ ਆਪਣੇ ਕੋਲ 109677। ਉਹਨੂੰ ਪੁੱਟ ਕਰਕੇ ਕੀ ਲਿਖਤਾ ਉਰੇ R and 1 upon n1 square minus n upon -1 upon n2 square। ਹੁਣ ਦੇਖੋ ਸਾਰਾ ਸੇਮ ਹੈ ਆਪਣੇ ਕੋਲ, ਇੱਥੇ ਵੀ n2 square ਹੈ, ਇੱਥੇ ਵੀ n2 square ਹੈ। ਉੱਥੇ ਉਹਨੇ ਸਪੈਸੀਫਿਕ ਸੀਰੀਜ਼ ਲਈ ਸੀ ਬਾਲਮਰ ਸੀਰੀਜ਼, ਤਾਂ ਬਾਲਮਰ ਸੀਰੀਜ਼ ਲਈ ਦੀ N1 ਦੀ ਵੈਲਿਊ ਕਿੰਨੀ ਸੀਗੀ 2, ਉਹਨੇ 2 ਪੁੱਟ ਕਰਿਆ ਸੀ। ਇੱਥੇ ਉਹਨੇ ਸਾਰਿਆਂ ਦੇ ਲਈ ਕਾਮਨ ਕੀ ਲਿਖਤਾ N1 ਸਕੇਅਰ। ਜਿਹੜੀ ਕੌਨਸਟੈਂਟ ਵੈਲਿਊ ਸੀ 109677 ਉਹਨੂੰ ਕੀ ਪੁੱਟ ਕਰਤਾ R, where R is constant value 109677 which is known as Redbirds constant। ਉਹਨੇ ਇਕੁਏਸ਼ਨ ਨੂੰ ਕੀ ਨਾਮ ਦਿੱਤਾ ਰੈਡਬਰਜ਼ ਇਕੁਏਸ਼ਨ, ਠੀਕ ਹੈ। ਹੁਣ ਅਗਰ ਨੂਮੈਰੀਕਲ ਦੇ ਵਿੱਚ ਇੱਕ ਗੱਲ ਯਾਦ ਰੱਖਣੀ ਹੈ N1 which is always smaller than N2 for numerical portion। ਨੈਕਸਟ ਹੈ ਆਪਣੇ ਕੋਲ where N ਕੀ ਹੈ ਆਪਣੇ ਕੋਲ ਨੰਬਰ ਆਫ ਆਰਬਿਟਸ ਐਂਡ ਨੰਬਰ ਆਫ ਲਾਈਨਸ ਇਨ ਸਪੈਕਟਰਾ। ਪਹਿਲਾਂ ਦੇਖੋ ਆਪਣੇ ਕੋਲ
स्पैक्ट्रा अगर आप तैयार करते हैं लाइमन सीरीज या कोई भी सीरीज का, तो किद्दां होगा। देखो मान लो आप अलग अलग ऑर्बिट ले ने N1 N2 3 4 5 6 एंड 7। जो अपने को इलैक्ट्रॉन है जोड़ा वो फॉल करेगा फर्स्ट सीरीज पे, फर्स्ट ऑर्बिट ते। देखो फर्स्ट ऑर्बिट ते फॉल कर रहा है, किदे तो फॉल कर रहा है, सैकेंड तो, थर्ड तो, फोर्थ तो, फिफ्थ तो, सिक्स्थ तो और सैवनथ तो। मीनज हायर ऑर्बिट तो कितने फॉल कर रहा है, फर्स्ट ते। जो N1 की वैल्यू फर्स्ट होएगी 1 होएगी तो उन्होंने किहड़ी सीरीज कहांगे आप, लाइमन सीरीज। जो हायर ऑर्बिट तो कितने फॉल करेगा, सैकेंड ते, तो उन्होंने की कहांगे, बाल्मैन। हायर ऑर्बिट तो कितने फॉल करेगा, थर्ड ते, उन्होंने की कहांगे, पास्चन सीरीज। जो हायर तो फोर्थ ते फॉल करेगा दैट इज़ नोन एज ब्रैकेट सीरीज, एंड हायर तो फिफ्थ ते करेगा दैट इज़ नोन एज पीफंड सीरीज। किद्दां पता लगेगा आपां नूं नंबर ऑफ लाइनस कितनी आनी है किसी पर्टिकुलर सीरीज के विच, तो एक फॉर्मूला है, नंबर ऑफ लाइनस इन स्पैक्ट्रा कैन बी फाउंड एज। किमें फाउंड कर सकते हैं आप, देखो फॉर्मूला N2 माइनस N1 इंटू N2 माइनस N1 प्लस 1 अपॉन 2। इफ N2 की वैल्यू आप एग्जाम्पल 4 लै रहे हैं, N1 की वैल्यू कितनी लै रहे हैं आप 1 लै रहे हैं, ठीक है। तो की आएगा अपने को N2 दैट इज़ 4 माइनस 1 स्क्वेयर इंटू 4 माइनस 1 प्लस 1 अपॉन 2। ये कितना आ गया अपने को 3, आ कैलकुलेट करके कितना आ जाऊगा 4 अपॉन 2। तो टोटल लाइन्स कितने होंगे अपने को 6। नाउ मूव टू द नेक्स्ट टॉपिक दैट वा ड्रॉबैक्स ऑफ रदरफोर्ड मॉडल। हुण आप रदरफोर्ड मॉडल पढ़ चुके, वो पॉइंट्स पढ़ चुके, लिमिटेशन देखो की ड्रॉबैक्स ने, की लिमिटेशन सीगियां रदरफोर्ड मॉडल दियां। हुण देखो आप पढ़िया सी भी एटम के सेंटर के विच की प्रेजेंट होंगे, न्यूक्लियस। जोड़े इलैक्ट्रॉन ने वो रिवॉल्व करते हैं अराउंड द न्यूक्लियस, बट अकॉर्डिंग टू लॉ ऑफ ग्रेविटेशन अगर कोई भी माइक्रोस्कोपिक बॉडी है जी वो रोटेट करती है विद हाई स्पीड, जिस तरह अपने को इलैक्ट्रॉन रोटेट करता है विद हाई स्पीड, ठीक है, तो वो की करेगा अपनी एनर्जी की करी जाएगा, लूज़ कर देगा, ठीक है। एक पॉइंट इदां का आएगा जो इलैक्ट्रॉन अपनी एनर्जी लूज़ करी जाएगा, एक पॉइंट इदां का आएगा जो इलैक्ट्रॉन है वो कितने फॉल कर जाएगा, न्यूक्लियस के विच, बट एक्चुअल दे विच इदां तो होंदा नहीं। सो दिस मॉडल इज़ फेल टू एक्सप्लेन द स्टेबिलिटी ऑफ एटम। तो ये एक्सप्लेन नहीं कर सकिया चीज़ नूं भी क्यों इलैक्ट्रॉन ये विच फॉल नहीं करता, ठीक है। सैकेंड पॉइंट, इट कैन नॉट एक्सप्लेन हाइड्रोजन स्पैक्ट्रा, जोड़ा आप पढ़ के आए हैं उन्होंने भी एक्सप्लेन नहीं कर सकिया। सो ये वाली चीज़ नूं ओवरकम करन दे लई नैक्सट मॉडल सी जोड़ा बोहर्स मॉडल विच कम इन कॉन्टैक्ट दैट इज़ बोहर्स मॉडल। हुण ये वाले मॉडल की अचीवमेंट की सी, कॉन्सैप्ट ऑफ एनर्जी लैवल्स और ऑर्बिट। सब तो वड्डी जिहड़ी अचीवमेंट है बोहर्स की दैट इज़ बोहर्स मॉडल। उन्हें की ऑबजर्व करिया सी जां की वो करिया सीगा, ठीक है, कादी डिस्कवरी करी सी, कॉन्सैप्ट ऑफ एनर्जी लैवल्स और ऑर्बिट्स। मेन पोस्टुलेट्स देखो की पोस्टुलेट्स ने, एन एटम कंसिस्ट ऑफ पॉजिटिवली चार्जड न्यूक्लियस सराउंडेड बाय इलैक्ट्रॉन्स विच रिवॉल्व अराउंड द न्यूक्लियस इन सर्कुलर पाथ कॉल्ड एनर्जी लैवल्स। इन्हें की क्या सी, फर्स्ट पॉइंट भी जोड़ा अपने को एटम है वो सेंटर के विच न्यूक्लियस पे है, न्यूक्लियस के अराउंड इलैक्ट्रॉन्स की कर रहे हैं, अपने को रिवॉल्व कर रहे हैं, ठीक है। कादे विच रिवॉल्व कर रहे हैं, सर्कुलर पाथ दे विच। जेड़े सर्कुलर पाथ दे विच रिवॉल्व कर रहे हैं उन्होंने आपां की कह रहे हैं, एनर्जी लैवल्स और ऑर्बिट्स। सैकेंड पॉइंट, दे आर नंबरड एट, जेड़े अपने को एनर्जी लैवल सी उन्होंने अलग अलग नंबर दिता, 1 2 3 और 4 और K L M N, ठीक है। थर्ड पॉइंट, द एनर्जी ऑफ दिस इलैक्ट्रॉन डज नॉट चेंज इन पर्टिकुलर ऑर्बिट नोन एज स्टेशनरी ऑर्बिट। देखो फर्स्ट पॉइंट की सीगा, सेंटर दे विच की प्रेजेंट होंदा है न्यूक्लियस। न्यूक्लियस के अराउंड जोड़े इलैक्ट्रॉन रिवॉल्व करते हैं वो कादे विच रिवॉल्व करते हैं, एक पर्टिकुलर एनर्जी लैवल दे विच। जोड़े पर्टिकुलर एनर्जी लैवल सी उन्होंने आपां की नाम दे रहे हैं, 1 2 3 और K L M, ठीक है। सैकेंड पॉइंट,
थर्ड पॉइंट, द एनर्जी ऑफ द इलैक्ट्रॉन डज नॉट चेंज इन पर्टिकुलर ऑर्बिट। मीनस ਜਿਹੜਾ ਇਲੈਕਟ੍ਰੋਨ ਇੱਕ ਪਰਟੀਕੂਲਰ એનર્ਜੀ ਲੈਵਲ ਦੇ ਵਿੱਚ ਰੋਟੇਟ ਕਰ ਰਿਹਾ ਉਹਦੀ એનર્ਜੀ ਕੀ ਹੋਏਗੀ, ਚੇਂਜ ਨਹੀਂ ਹੋਏਗੀ। ਠੀਕ ਹੈ, ਦੇਖੋ ਜਿਹੜੇ ਇਲੈਕਟ੍ਰੋਨ ਸੈਕੰਡ ਆਰਬਿਟ ਦੇ ਵਿੱਚ ਰੋਟੇਟ ਕਰ ਰਹੇ ਨੇ ਉਹਨਾਂ ਸਾਰਿਆਂ ਦੀ એનર્ਜੀ ਕੀ ਹੋਏਗੀ, ਸੇਮ, ਵਿਚ ਡੂ ਨਾਟ ਚੇਂਜ। ਜਿਹੜੇ ਥਰਡ ਦੇ ਵਿੱਚ ਕਰਨਗੇ ਉਹਨਾਂ ਸਾਰਿਆਂ ਦੀ એનર્ਜੀ ਕੀ ਹੋਏਗੀ, ਸੇਮ। ਉਸ ਤੋਂ ਬਾਅਦ ਨੈਕਸਟ ਪੁਆਇੰਟ ਆ, ਓਨਲੀ ਦੂਸ ਆਰਬਿਟਸ are permissible whose angular momentum is the integral multiple of nh upon 2 pi। ਸਿਰਫ ਉਹੀ ਆਰਬਿਟ ਪਰਮਿਟ ਹੋਣਗੇ ਜਿਨ੍ਹਾਂ ਦਾ ਐਂਗੂਲਰ ਮੋਮੈਂਟਮ ਕੀ ਹੋਏਗਾ ਆਪਣੇ ਕੋਲ, ਮਲਟੀਪਲ ਕਾਹਦੇ ਹੋਏਗਾ, nh upon 2 pi। that means mvr which is equal to nh upon 2 pi and fixed value of energy each orbit is called quantization of energy। ਜਿਸ ਤਰ੍ਹਾਂ ਆਪਾਂ ਪੜ੍ਹਿਆ ਵੀ ਇਹਦੀ એનર્ਜੀ ਆਰਬਿਟ ਦੀ ਕੀ ਹੋਏਗੀ, ਫਿਕਸ। ਆਹ ਵਾਲੇ ਆਰਬਿਟ ਦੀ એનર્ਜੀ ਕੀ ਹੋਏਗੀ, ਫਿਕਸਡ। ਆਹ ਵਾਲੇ ਦੀ ਕੀ ਹੋਏਗੀ, ਫਿਕਸਡ। ਫਿਕਸਡ એનર્ਜੀ ਆਫ ਐਨ ਆਰਬਿਟ ਉਹਨੂੰ ਕੀ ਕਹਿੰਦੇ ਆ ਆਪਾਂ, ਕੁਆਂਟਾਈਜੇਸ਼ਨ ਆਫ ਐਨਰਜੀ। ਨੈਕਸਟ ਪੁਆਇੰਟ ਹੈ, ਐਨਰਜੀ ਇਜ਼ ਐਮਿਟਡ ਔਰ ਐਬਜ਼ੌਰਬ ਓਨਲੀ ਵੈਨ। ਸਿਰਫ ਐਨਰਜੀ ਐਮਿਟ ਜਾਂ ਐਬਜ਼ੌਰਬ ਉਦੋਂ ਹੀ ਹੋਏਗੀ ਜਦੋਂ ਇਲੈਕਟ੍ਰੋਨ ਜੰਪ ਕਰਨਗੇ ਇੱਕ ਐਨਰਜੀ ਲੈਵਲ ਤੋਂ ਦੂਸਰੇ ਐਨਰਜੀ ਲੈਵਲ ਦੇ ਵਿੱਚ। ਫੋਰ ਐਗਜ਼ਾਮਪਲ ਦੇਖੋ ਆਪਣੇ ਕੋਲ ਆਰਬਿਟਸ ਨੇ, ਠੀਕ ਹੈ, ਆਰਬਿਟ ਦੇ ਵਿੱਚੋਂ ਆ ਆਪਣੇ ਕੋਲ ਨਿਊਕਲੀਅਸ ਦੇ ਅਰਾਊਂਡ ਫਸਟ ਆਰਬਿਟ, ਆ ਸੈਕੰਡ ਆਰਬਿਟ। ਠੀਕ ਹੈ, ਜਦੋਂ ਇਲੈਕਟ੍ਰੋਨ ਲੋਅਰ ਲੈਵਲ ਮੀਨਜ਼ ਲੋਅਰ ਆਰਬਿਟ ਤੋਂ ਹਾਇਰ ਆਰਬਿਟ ਦੇ ਵਿੱਚ ਜਾਏਗਾ, ਲੋਅਰ ਆਰਬਿਟ ਤੋਂ ਹਾਇਰ ਆਰਬਿਟ ਦੇ ਵਿੱਚ ਫਾਲ ਕਰੇਗਾ ਤਾਂ ਐਨਰਜੀ ਕੀ ਹੋਏਗੀ ਆਪਣੇ ਕੋਲ, ਐਨਰਜੀ ਕੀ ਹੋਏਗੀ ਆਪਣੇ ਕੋਲ, ਐਬਜ਼ੌਰਬ। ਜਦੋਂ ਇਲੈਕਟ੍ਰੋਨ ਲੋਅਰ ਆਰਬਿਟ ਤੋਂ ਹਾਇਰ ਆਰਬਿਟ ਦੇ ਵਿੱਚ ਫਾਲ ਕਰੇਗਾ ਤਾਂ ਐਨਰਜੀ ਕੀ ਹੋਏਗੀ ਆਪਣੇ ਕੋਲ, ਐਬਜ਼ੌਰਬ। ਜਦੋਂ ਆਪਣੇ ਕੋਲ ਹਾਇਰ ਆਰਬਿਟ ਤੋਂ ਲੋਅਰ ਆਰਬਿਟ ਦੇ ਵਿੱਚ ਫਾਲ ਕਰੇਗਾ, ਹਾਇਰ ਤੋਂ ਲੋਅਰ ਦੇ ਵਿੱਚ ਫਾਲ ਕਰੇਗਾ ਤਾਂ ਐਨਰਜੀ ਕੀ ਹੋਏਗੀ, ਐਮਿਟ। ठीक है, देखो absorb energy absorb if electron jump from E1 to E2, that means lower level to higher level। energy emitted when electron return from E2 to E1, that means higher orbit to lower orbit। ਜਿਹੜੀ ਚੇਂਜ ਇਨ ਐਨਰਜੀ ਹੈ ਦੈਟ ਇਜ਼ ਡੈਲਟਾ ਈ। ਕਿੰਨੀ ਐਨਰਜੀ ਐਬਜ਼ੌਰਬ ਜਾਂ ਐਮਿਟ ਹੋਈ ਉਹਨੂੰ ਆਪਾਂ ਕਿਵੇਂ ਰਿਪਰੈਜ਼ੈਂਟ ਕਰਦੇ ਹਾਂ, ਡੈਲਟਾ ਈ ਵਿਚ ਇਜ਼ ਇਕੁਅਲ ਟੂ E2 ਮਾਈਨਸ E1, ਦੈਟ ਇਜ਼ ਹਾਇਰ ਆਰਬਿਟ ਮਾਈਨਸ ਲੋਅਰ ਆਰਬਿਟ।